ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਗਿਆਰਾ ਜੂਰ ਹਾਜ਼ਰਾਂ ਹਜੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਹ ਮਹਾਨ ਪਵਿੱਤਰ ਦਿਹਾੜਾ ਏ ਜਿਸ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਆਪ ਜੀ ਭਲੀ ਪ੍ਰਕਾਰ ਜਾਣੋ, ਦਿੱਲੀ ਦੇ ਵਿੱਚ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਹੀਦ ਹੋਏ, ਤੇ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ 3 ਸਿੱਖ ਸ਼ਹੀਦ ਹੋਏ। ਜਿਸ ਤਰ੍ਹਾਂ ਕਿਸਾਨ ਫਸਲ ਬੀਜਦਾ ਹੈ ਤੇ ਇੱਕ ਸਮਾਂ ਆਉਂਦਾ ਹੈ ਉਹਦੇ 2-3 ਸਿੱਟੇ ਤੋੜ ਕੇ ਵੇਖਦਾ ਹੈ ਕਿ ਫਸਲ ਪੂਰੀ ਤਰ੍ਹਾਂ ਪੱਕ ਗਈ ਹੈ। ਇਹ ਜਿਹੜੇ ਸਿੰਘ ਸ਼ਹੀਦ ਹੋਏ ਸਿੱਧ ਕਰ ਦਿੱਤਾ ਕਿ ਸਿੱਖੀ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਪੱਕ ਚੁੱਕੀ ਹੈ, ਔਰ ਗੁਰੂ ਦੇ ਸਾਹਮਣੇ ਆਪਣੀ ਸ਼ਹਾਦਤ ਦਿੱਤੀ, ਜ਼ੁਲਮ ਦਾ ਟਾਕਰਾ ਕੀਤਾ। 9ਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ। ਤਿਲਕ ਜੰਜੋ ਦੀ ਰੱਖਿਆ ਵਾਸਤੇ ਭਾਈ ਜੈਤਾ ਜੀ, ਜੋ ਅੰਮ੍ਰਿਤਪਾਨ ਕਰਕੇ ਭਾਈ ਜੀਵਨ ਸਿੰਘ ਜੀ ਹੋਏ, ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਸਨ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਮੈਨੂੰ ਦਿੱਲੀ ਦੇ ਹਾਲਾਤ ਦੱਸ। ਭਾਈ ਜੈਤਾ ਜੀ ਕਹਿੰਦੇ, ਮੇਰੇ ਤੋਂ ਦੱਸੇ ਨਹੀਂ ਜਾਂਦੇ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਦੱਸਣਾ ਪੈਣਾ, ਦੱਸ। ਉੱਥੇ ਕਿੰਨੇ ਕੁ ਸਿੱਖ ਸਨ? ਕਹਿਣ ਲੱਗੇ ਕਿ ਕੋਈ ਪਤਾ ਨਹੀਂ ਸੀ ਲੱਗਦਾ। ਹਿੰਦੂ ਵੀਰ ਵੀ ਦਸਤਾਰਾਂ ਸਜਾਉਂਦੇ ਤੇ ਸਿੱਖ ਵੀ। ਹਿੰਦੂ ਵੀਰਾਂ ਨੇ ਵੀ ਕੇਸ ਰੱਖੇ ਹੋਏ ਨੇ ਤੇ ਸਿੱਖਾਂ ਨੇ ਵੀ। ਸਾਹਿਬ ਜੀ ਕਹਿਣ ਲੱਗੇ, ਐਸਾ ਖਾਲਸਾ ਪੰਥ ਸਜਾਵਾਂਗਾ ਜਿਹੜਾ ਲੱਖਾਂ ਦੇ ਵਿੱਚੋਂ ਖੜਾ ਹੋਇਆ ਨਜ਼ਰ ਆਵੇਗਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹੈ। ਉਸ ਵੇਲੇ ਜੋ ਬਚਨ ਕਹੇ, ਸ਼ਾਇਰ ਨੇ ਬੜੀ ਕਮਾਲ ਕੀਤੀ ਹੈ। ਸਾਹਿਬ ਜੀ ਕਹਿਣ ਲੱਗੇ, ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਲਿਸ਼ਕਾਵਾਂਗਾ ਸ਼ਮਸ਼ੀਰਾਂ ਦੇ ਅੱਗੇ, ਸਤਲੁਜ ਦੇ ਜਲ ਵਿੱਚ ਪਾ ਕੇ ਪਤਾਸੇ, ਇਹਨਾਂ ਮੋਇਆਂ ਦੇ ਮੂੰਹ ਤੇ ਲਿਆਵਾਂਗਾ ਹਾਸੇ। ਜਿਹੜੇ ਕੰਮ ਕਲਮ ਤੋਂ ਰਹਿ ਗਏ ਅਧੂਰੇ, ਉਹ ਤੇਗ ਦੇ ਨਾਲ ਕਰਾਂਗਾ ਮੈਂ ਪੂਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਥਾਂ ਥਾਂ ਤੇ ਹੁਕਮਨਾਮੇ ਲਿਖ ਕੇ ਭੇਜੇ। ਸਿੱਧ ਕਰਦਾ ਏ ਉਹਨਾਂ ਇਲਾਕਿਆਂ ਵਿੱਚੋਂ ਸੰਗਤ ਦਾ ਆਉਣਾ ਜਿੱਥੋਂ ਇਹ 5 ਪਿਆਰੇ ਵੀ ਆਏ। ਹੁਕਮਨਾਮਾ ਲਾਹੌਰ ਦੀ ਧਰਤੀ ਤੇ ਵੀ ਗਿਆ, ਹੁਕਮਨਾਮਾ ਹਸਤਨਾਪੁਰ ਦਿੱਲੀ ਵੀ ਆਇਆ, ਹੁਕਮਨਾਮਾ ਪੁਰੀ ਨਗਰ ਦੇ ਵਿੱਚ ਵੀ ਗਿਆ ਜਿਹਨੂੰ ਜਗਨਨਾਥਪੁਰੀ ਕਹਿੰਦੇ ਹੋ। ਹੁਕਮਨਾਮਾ ਦਵਾਰਕਾ ਵਿੱਚ ਵੀ ਗਿਆ, ਹੁਕਮਨਾਮਾ ਬਿਦਰ ਵੀ ਗਿਆ। ਜਦੋਂ ਗੁਰੂ ਦਾ ਹੁਕਮਨਾਮਾ ਜਾਂਦਾ ਤੇ ਸਿੱਖ ਉਹਨੂੰ ਮੱਥੇ ਤੇ ਲਾਉਂਦੇ, ਸਾਡੇ ਗੁਰੂ ਦਾ ਹੁਕਮਨਾਮਾ ਆਇਆ ਹੈ। ਉਹਨੂੰ ਬੜੇ ਪਿਆਰ ਦੇ ਨਾਲ ਪੜ੍ਹਦੇ, ਤੇ ਜਦੋਂ ਪੜ੍ਹ ਕੇ ਸੁਣਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਵਿਖੇ ਬੁਲਾਇਆ। ਵਿਸਾਖੀ ਤੋਂ ਪਹਿਲਾਂ ਆਨੰਦਪੁਰ ਸਾਹਿਬ ਪਹੁੰਚਣਾ ਤੇ ਬੜੇ ਪਿਆਰ ਦੇ ਨਾਲ ਇੱਕ ਦੂਜੇ ਨੂੰ ਕਹਿੰਦੇ, ਮੈਂ ਵੀ ਜਾਣਾ, ਮੈਨੂੰ ਵੀ ਨਾਲ ਲੈ ਕੇ ਜਾਵੀਂ। ਦੂਜਾ ਕਹਿੰਦਾ ਮੈਂ ਵੀ ਜਾਣਾ, ਤੀਜਾ ਕਹਿੰਦਾ ਮੈਂ ਵੀ ਜਾਣਾ। ਜਥਾ ਤਿਆਰ ਹੋ ਜਾਂਦਾ। ਜਥਿਆਂ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਵੱਲ ਨੂੰ ਉਹ ਤੁਰ ਪੈਂਦੇ, ਵਾਹਿਗੁਰੂ ਵਾਹਿਗੁਰੂ ਜਪਦੇ ਰਸਤੇ ਵਿੱਚ ਆਉਂਦੇ। ਔਰ ਇਸ ਤਰ੍ਹਾਂ ਜਥੇ ਬਣਾ ਕੇ
ਬਹੁਤ ਵੱਡੀ ਗਿਣਤੀ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਸੰਗਤ ਦਾ ਇਕੱਠ ਹੋਇਆ। ਅੱਜ ਦਾ ਦਿਨ ਆਇਆ, ਆਸਾ ਦੀ ਵਾਰ ਦਾ ਜਦੋਂ ਭੋਗ ਪਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਗੀ ਤਲਵਾਰ ਲੈ ਕੇ ਸ਼੍ਰੀ ਸਾਹਿਬ ਲੈ ਕੇ ਸਟੇਜ ਤੇ ਆਏ ਤੇ ਉਹਨਾਂ ਨੇ ਇੱਕ ਸੀਸ ਦੀ ਮੰਗ ਕੀਤੀ। ਕੋਈ ਉੱਠੇ ਸਿੱਖ ਬੇਟਾ ਜੋ ਕਰੇ ਸੀਸ ਭੇਟਾ। ਕਹਿਣ ਲੱਗੇ ਮੇਰੀ ਇਹ ਤਲਵਾਰ, ਇਹ ਕਿਰਪਾਨ ਇੱਕ ਸੀਸ ਮੰਗਦੀ ਹੈ, ਕੋਈ ਸੀਸ ਭੇਟਾ ਕਰੋ। ਧੌਣਾ ਨੀਵੀਆਂ ਹੋ ਗਈਆਂ ਔਰ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਉੱਠੇ, ਸਾਹਿਬ ਜੀ ਨੂੰ ਕਹਿਣ ਲੱਗੇ ਮੈਂ ਆਪਣਾ ਸੀਸ ਭੇਟ ਕਰਦਾ ਹਾਂ। ਸਾਹਿਬ ਜੀ ਨੇ ਬਾਂਹ ਪਕੜਿਆ ਤੇ ਅੰਦਰ ਲੈ ਗਏ ਤੇ ਕੁਝ ਸਮੇਂ ਬਾਅਦ ਫਿਰ ਆਏ, ਲਹੂ ਨਾਲ ਭਿੱਜੀ ਹੋਈ ਤਲਵਾਰ, ਫਿਰ ਸੀਸ ਦੀ ਮੰਗ ਕੀਤੀ। ਵਾਰੀ ਵਾਰੀ ਜਦੋਂ ਵੀ ਮੰਗ ਕੀਤੀ, ਵਾਰੀ ਵਾਰੀ ਇਹ ਸਿੱਖ ਉੱਠੇ। ਹਸਤਨਾਪੁਰ ਦਿੱਲੀ ਤੋਂ ਧਰਮਦਾਸ ਜੀ ਉੱਠੇ ਔਰ ਜਗਨਨਾਥਪੁਰੀ ਤੋਂ ਹਿੰਮਤ ਰਾਏ ਜੀ, ਇਹ ਗੁਰੂ ਘਰ ਦੇ ਵਿੱਚ ਲੰਗਰ ਵਿੱਚ ਸੇਵਾ ਕਰਿਆ ਕਰਦੇ ਸਨ। ਔਰ ਦਵਾਰਕਾ ਤੋਂ ਮੋਹਕਮ ਚੰਦ ਜੀ, ਇਸੇ ਤਰ੍ਹਾਂ ਬਿਦਰ ਤੋਂ ਸਾਹਿਬ ਚੰਦ ਜੀ, ਵਾਰੀ ਵਾਰੀ ਇਹਨਾਂ ਨੇ ਸਤਿਗੁਰੂ ਜੀ ਨੂੰ ਆਪਣੇ ਸੀਸ ਭੇਟਾ ਕੀਤੇ। ਰਸਨਾ ਸਾਰੇ ਪਵਿੱਤਰ ਕਰੋ। ਸਤਿਗੁਰ ਆਗੇ ਸੀਸ ਭੇਟ ਦੇਉ, ਸਤਿਗੁਰ ਆਗੇ ਸੀਸ ਭੇਟ ਦੇਉ, ਸਤਿਗੁਰ। ਸਾਰੇ ਬੋਲੋ। ਸਤਿਗੁਰ ਆਗੇ ਸੀਸ ਭੇਟ ਦੇਉ, ਸਤਿਗੁਰ ਆਗੇ ਸੀਸ ਭੇਟ ਦੇਉ, ਸਤਿਗੁਰ। ਜੇ ਸਤਿਗੁਰ ਸਾਚੇ ਭਾਵੈ, ਜੇ ਸਤਿਗੁਰ ਸਾਚੇ ਭਾਵੈ। ਇਸ ਤਰ੍ਹਾਂ ਇਹਨਾਂ ਸਿੰਘਾਂ ਨੇ, ਸਿੱਖਾਂ ਨੇ ਸੀਸ ਭੇਟਾ ਕੀਤੇ ਗੁਰੂ ਜੀ ਨੂੰ। ਔਰ ਗੁਰੂ ਜੀ ਕੁਝ ਸਮੇਂ ਬਾਅਦ ਇਹਨਾਂ ਪੰਜਾਂ ਨੂੰ ਸਟੇਜ ਤੇ ਲੈ ਕੇ ਆਏ ਔਰ ਬੜੇ ਸੋਹਣੇ ਇਹਨਾਂ ਨੇ ਇੱਕੋ ਰੰਗ ਦੇ ਬਾਣੇ ਪਹਿਨੇ ਹੋਏ ਨੇ ਔਰ ਸ਼ਸਤਰ ਸਜਾਏ ਹੋਏ ਨੇ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ, ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਮਰਿਆਦਾ ਚੱਲੀ ਆ ਰਹੀ ਸੀ ਚਰਨ ਪੌਲ ਦੀ, ਉਹਨੂੰ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਤਬਦੀਲ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਨੇ। ਹੁਣ ਸਰਬ ਲੋਹ ਦਾ ਬਾਟਾ ਹੈ ਤੇ ਸਰਬ ਲੋਹ ਦਾ ਖੰਡਾ ਹੈ, ਵਿੱਚ ਜਲ ਪਾਇਆ। ਮਾਤਾ ਜੀਤੋ ਜੀ ਨੇ ਪਤਾਸੇ ਪਾਏ, ਸਾਹਿਬ ਜੀ ਨੇ ਪੰਜਾਂ ਬਾਣੀਆਂ ਦਾ ਪਾਠ ਕੀਤਾ। ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਇਹਨਾਂ ਪੰਜਾਂ ਸਿੰਘਾਂ ਨੂੰ ਛਕਾਇਆ। ਜਦੋਂ 5 ਚੁਲੇ ਛਕਾਏ ਤੇ ਹਰ ਚੁਲੇ ਦੇ ਨਾਲ ਫਿਰ ਜਦੋਂ ਨੇਤਰਾਂ ਵਿੱਚ 5 ਵਾਰੀ ਅੰਮ੍ਰਿਤ ਪਾਇਆ, ਉਸ ਸਮੇਂ ਵੀ ਕੇਸਾਂ ਵਿੱਚ ਅੰਮ੍ਰਿਤ ਪਾਉਣ ਸਮੇਂ ਵੀ ਹਰ ਵਾਰੀ ਸਾਹਿਬ ਆਖਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਛਕ ਕੇ ਸਿੰਘ ਅੱਗੋਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਪਾਨ ਕਰਾ ਕੇ ਰਹਿਤ ਮਰਿਆਦਾ ਦ੍ਰਿੜ ਕਰਾਈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਏ ਨਖਾਲਸ ਜਾਣੈ। ਸਾਹਿਬ ਜੀ ਕਹਿਣ ਲੱਗੇ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਹੈ ਔਰ ਖਾਲਸਾ ਪੰਥ ਦੀ ਸਾਜਨਾ ਵੀ ਅਕਾਲ ਪੁਰਖ ਦੇ ਹੁਕਮ ਦੇ ਨਾਲ ਹੋਈ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੇ ਹੁਕਮ ਦੇ ਨਾਲ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ। ਸਾਹਿਬ ਜੀ ਕਹਿੰਦੇ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨੀ ਖਾਲਸੇ ਨੇ। ਖਾਲਸਾ ਉਹ ਜ਼ਮੀਨ ਜਿਹਦਾ ਸੰਬੰਧ ਸਿੱਧਾ ਰਾਜੇ ਦੇ ਨਾਲ ਹੁੰਦਾ, ਉਹਦੇ ਉੱਤੇ ਕੋਈ ਕਰ ਟੈਕਸ ਨਹੀਂ ਲੱਗਦਾ,
ਉਹਨੂੰ ਖਾਲਸਾ ਕਿਹਾ ਜਾਂਦਾ। ਇਸੇ ਤਰ੍ਹਾਂ ਖਾਲਸੇ ਨੂੰ ਸਿੱਧਾ ਪ੍ਰਮਾਤਮਾ ਦੇ ਨਾਲ ਜੋੜਿਆ। ਆਖਿਆ ਇਹ ਅਕਾਲ ਪੁਰਖ ਦੀ ਫੌਜ ਹੈ। ਔਰ ਗੁਰੂ ਸਾਹਿਬ ਜੀ ਨੇ ਆਖਿਆ ਮੜੀਆਂ ਮਸਾਣਾ ਮੱਠਾਂ ਦੇ ਉੱਤੇ ਮੱਥਾ ਨਹੀਂ ਟੇਕਣਾ। ਮੇਰਾ ਸਿੱਖ ਹੋਰ ਕਿਤੇ ਜਾ ਕੇ ਨੱਕ ਗੋਡਾ ਨਹੀਂ ਰਗੜੇਗਾ। ਪੀਰ ਖਾਨਿਆਂ ਦੇ ਜਾ ਕੇ ਮੱਥਾ ਨਹੀਂ ਟੇਕਣਾ। ਮੈਂ ਬੰਗਲਾ ਸਾਹਿਬ ਵੀ ਇਹ ਗੱਲ ਕਹੀ ਸੀ ਕਿ ਇੱਕ ਵਾਰੀ ਮਹਾਰਾਣਾ ਪ੍ਰਤਾਪ ਰਾਜ ਭਾਗ ਹਾਰ ਕੇ ਜੰਗਲ ਦੇ ਵਿੱਚ ਵਿਚਰ ਰਿਹਾ ਸੀ ਤੇ ਉੱਥੇ ਉਹਨੂੰ ਮਰਾਸੀ ਮਿਲਿਆ, ਜਿਸ ਨੂੰ ਪਹਿਲਾਂ ਬੜਾ ਕੁਝ ਦਾਨ ਕਰਦਾ ਸੀ। ਜਦੋਂ ਵੀ ਉਹ ਆਉਂਦਾ ਸੀ ਉਹਨੂੰ ਕੁਝ ਨਾ ਕੁਝ ਝੋਲੀ 'ਚ ਪਾਉਂਦਾ ਸੀ। ਅੱਜ ਮਹਾਰਾਣਾ ਪ੍ਰਤਾਪ ਕਹਿਣ ਲੱਗਾ ਵੀ ਮੇਰੇ ਕੋਲ ਤੈਨੂੰ ਦੇਣ ਵਾਸਤੇ ਕੁਝ ਨਹੀਂ ਹੈਗਾ। ਆ ਮੇਰੇ ਸਿਰ ਦੇ ਉੱਤੇ ਇੱਕ ਦਸਤਾਰ ਹੈ ਜਿਹੜੀ ਅੱਜ ਤੱਕ ਕਿਸੇ ਅੱਗੇ ਝੁਕੀ ਨਹੀਂ ਹੈ, ਇਹ ਮੈਂ ਤੈਨੂੰ ਦੇਣਾ ਹੈ, ਪਰ ਯਾਦ ਰੱਖੀ ਜਿਹੜੀ ਅੱਜ ਤੱਕ ਕਿਸੇ ਦੇ ਅੱਗੇ ਝੁਕੀ ਨਹੀਂ ਇਹਨੂੰ ਕਿਸੇ ਦੇ ਅੱਗੇ ਝੁਕਣ ਨਾ ਦੇਵੀਂ। ਇਹ ਕਹਿ ਕੇ ਆਪਣੀ ਦਸਤਾਰ ਉਸ ਮਰਾਸੀ ਦੇ ਸਿਰ ਦੇ ਉੱਤੇ ਰੱਖ ਦਿੱਤੀ। ਉਹ ਸਮਾਂ ਪਾ ਕੇ ਅਕਬਰ ਦੇ ਦਰਬਾਰ ਵਿੱਚ ਗਿਆ ਤੇ ਹੱਥ ਦੇ ਨਾਲ ਇਸ ਤਰ੍ਹਾਂ ਇਸ਼ਾਰਾ ਕਰ ਕਰਕੇ ਆਪਣੇ ਵੱਲੋਂ ਸਜਦਾ ਕਰ ਰਿਹਾ ਏ। ਤੇ ਅਕਬਰ ਬਾਦਸ਼ਾਹ ਪੁੱਛਦਾ ਕੀ ਗੱਲ ਹੈ, ਤੂੰ ਪਹਿਲਾਂ ਆਉਂਦਾ ਸੀ ਸਿਰ ਝੁਕਾਉਂਦਾ ਸੀ, ਅੱਜ ਸਿਰ ਨਹੀਂ ਝੁਕਾ ਰਿਹਾ ਤੇ ਹੱਥ ਦਾ ਇਸ਼ਾਰਾ ਕਰ ਰਿਹਾ ਹੈ। ਉਹ ਕਹਿਣ ਲੱਗਾ ਮੈਂ ਮਨ ਕਰਕੇ ਤੇਰੇ ਅੱਗੇ ਝੁਕ ਰਿਹਾ ਵਾਂ, ਪਰ ਮੈਂ ਆਪਣਾ ਸਿਰ ਨਹੀਂ ਝੁਕਾ ਸਕਦਾ। ਕਹਿਣ ਲੱਗੇ ਕੀ ਕਾਰਨ ਹੈ? ਕਹਿੰਦੇ ਇਹ ਜਿਹੜੀ ਮੇਰੇ ਸਿਰ ਦੇ ਉੱਤੇ ਦਸਤਾਰ ਹੈ ਇਹ ਮਹਾਰਾਣਾ ਪ੍ਰਤਾਪ ਦੀ ਹੈ, ਜਿਹੜੀ ਅੱਜ ਤੱਕ ਕਿਸੇ ਅੱਗੇ ਝੁਕੀ ਨਹੀਂ ਤੇ ਨਾ ਹੀ ਮੈਂ ਇਹਨੂੰ ਝੁਕਣ ਦੇਵਾਂਗਾ। ਆਪਣਾ ਸਿਰ ਨਹੀਂ ਝੁਕਾਵਾਂਗਾ, ਭਾਵੇਂ ਮੇਰਾ ਸਿਰ ਕਲਮ ਕਰ ਦਿਓ। ਗੁਰੂ ਦੇ ਸਿੱਖਾ, ਆ ਜਿਹੜੀ ਤੇਰੇ ਸਿਰ ਦੇ ਉੱਤੇ ਦਸਤਾਰ ਹੈ ਇਹ ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ੀ ਹੋਈ ਸਰਦਾਰੀ ਹੈ। ਤੂੰ ਜਦੋਂ ਵੀ ਆਪਣਾ ਸਿਰ ਝੁਕਾਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਾਵੇਂ, ਇਸ ਦਸਤਾਰ ਨੂੰ ਥਾਂ ਥਾਂ ਤੇ ਝੁਕਣ ਨਾ ਦੇਈ। ਯਾਦ ਰੱਖੀ ਇਹ ਕੇਵਲ ਤੇ ਕੇਵਲ ਗੁਰੂ ਦੇ ਅੱਗੇ ਝੁਕਣੀ ਚਾਹੀਦੀ ਹੈ। ਇਹ ਹੋਰ ਕਿਸੇ ਡੇਰੇ ਤੇ ਜਾ ਕੇ ਪੀਰ ਖਾਨੇ ਤੇ ਜਾ ਕੇ ਜਦੋਂ ਕੋਈ ਮੱਥਾ ਟੇਕਦਾ ਹੈ ਤੇ ਜਦੋਂ ਸੁਣੀਦਾ ਹੈ ਕਿ ਉਹ ਸਿੱਖ ਵੀ ਹੈ, ਜਨਮ ਸਿੱਖਾਂ ਦੇ ਘਰ ਦਾ ਏ ਤੇ ਮੱਥਾ ਟੇਕ ਰਿਹਾ ਪੀਰ ਖਾਨੇ ਵਿੱਚ ਜਾ ਕੇ, ਬੜਾ ਦਰਦ ਹੁੰਦਾ ਏ। ਤੇ ਉਸ ਵੇਲੇ ਮੈਂ ਮਨ ਵਿੱਚ ਸੋਚਦਾ ਹਾਂ ਐਸੇ ਥਾਂ ਥਾਂ ਤੇ ਸਿਰ ਝੁਕਾਉਣ ਵਾਲਿਆਂ ਨਾਲੋਂ ਉਹ ਮਰਾਸੀ ਚੰਗਾ ਜਿਹਨੇ ਉਹ ਦਸਤਾਰ ਨਹੀਂ ਝੁਕਣ ਦਿੱਤੀ। ਅਸੀਂ ਜਦੋਂ ਵੀ ਆਪਣਾ ਸਿਰ ਝੁਕਾਉਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਾਉਣਾ ਹੈ। ਤੇ ਨਾਲੇ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਕਲਗੀਆਂ ਵਾਲੇ ਪਾਤਸ਼ਾਹ ਦੇ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਣਾ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੇ ਲੈ। ਜਿਹਨੇ ਪ੍ਰਮਾਤਮਾ ਨੂੰ ਮਿਲਣਾ ਉਹ ਸ਼ਬਦ ਦੀ ਕਮਾਈ ਕਰੇ। ਇਹ ਬਾਣੀ ਇਹ ਸ਼ਬਦ ਉਹਨੂੰ ਪ੍ਰਮਾਤਮਾ ਦੇ ਨਾਲ ਜੋੜ ਦੇਵੇਗਾ। ਚੌਥੇ ਪਾਤਸ਼ਾਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਯਕੀਨੀ ਤੌਰ ਤੇ ਗੁਰਬਾਣੀ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਗਾ, ਜਿਹੜਾ ਮਨ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਨੇ ਰਹਿਤ ਦਿਰੜਾਈ, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਜਦੋਂ ਵੀ ਅਸੀਂ ਅਕਾਲ ਦੀ ਪੂਜਾ ਕਰਨੀ ਹੈ ਤੇ ਉਹ ਨਾਮ ਜਪਣ ਤੋਂ ਬਿਨਾਂ ਨਹੀਂ ਹੋ ਸਕਦੀ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੇ ਪੂਜ ਨਾ ਹੋਏ। ਜੇ ਕੋਈ ਚਾਹੁੰਦਾ ਕਿ ਮੈਂ ਅਕਾਲ ਪੁਰਖ ਦੀ ਪੂਜਾ ਕਰਾਂ, ਉਸ ਰੱਬ ਦੀ ਪ੍ਰਭੂ ਦੀ ਪੂਜਾ ਕਰਾਂ, ਤੇ ਉਹਨੂੰ ਜਪਣਾ ਪਏਗਾ ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਸਵਾਲ ਹੁੰਦਾ ਕਿਹੜਾ ਨਾਮ ਜਪਣਾ ਹੈ, ਕਿਸ ਤਰ੍ਹਾਂ ਜਪਣਾ ਹੈ?
ਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਰਸਤੇ ਵਿੱਚ ਜਾਂਦਿਆਂ ਤੇ ਕੰਮ ਕਾਰ ਕਰਦਿਆਂ ਵੀ ਪਰਮਾਤਮਾ ਦਾ ਨਾਮ ਜਪਣਾ ਹੈ। ਹਰ ਸਮੇਂ ਪਰਮਾਤਮਾ ਦਾ ਨਾਮ ਜਪਣਾ ਹੈ। ਤੇ ਨਾਮ ਕੋਈ ਵੀ ਪਰਮਾਤਮਾ ਦਾ ਲੈ ਕੇ ਤੁਸੀਂ ਜਪ ਸਕਦੇ ਹੋ। ਮਾਂ ਨੂੰ ਕੋਈ ਮਾਂ ਆਖੇ, ਕੋਈ ਝਾਈ ਆਖੇ, ਕੋਈ ਮੰਮੀ ਆਖੇ, ਕੋਈ ਮਾਤਾ ਆਖੇ, ਕੋਈ ਮੋਮ ਆਖੇ, ਤੇ ਮਾਂ ਦੇ ਪਿਆਰ ਵਿੱਚ ਕੋਈ ਫਰਕ ਨਹੀਂ ਪੈਂਦਾ। ਕਿਸੇ ਵੀ ਨਾਮ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰੋਗੇ, ਪਰਮਾਤਮਾ ਓਨਾ ਹੀ ਰਿਝੇਗਾ, ਓਨਾ ਹੀ ਪਿਆਰ ਕਰੇਗਾ। ਜਿੰਨਾ ਉਹ ਵਾਹਿਗੁਰੂ ਕਹਿਣ ਵਿੱਚ ਕਰੇਗਾ, ਓਨਾ ਹੀ ਅੱਲਾ ਕਹਿਣ ਵਿੱਚ ਕਰੇਗਾ, ਓਨਾ ਹੀ ਪਿਆਰ ਰਾਮ ਕਹਿਣ ਵਿੱਚ ਕਰੇਗਾ। ਆਪਣੇ ਆਪਣੇ ਧਰਮ ਅਨੁਸਾਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ, ਪਰਮਾਤਮਾ ਸਾਡੇ ਉੱਤੇ ਖੁਸ਼ ਹੋਵੇਗਾ, ਤਰੁੱਠ ਪਏਗਾ। ਸਾਹਿਬ ਜੀ ਕਹਿਣ ਲੱਗੇ, ਇੱਕ ਅਕਾਲ ਪੁਰਖ ਨੂੰ ਮੰਨਣਾ ਹੈ, ਅਕਾਲ ਪੁਰਖ ਦੀ ਪੂਜਾ ਕਰਨੀ ਹੈ, ਉਸ ਅੱਗੇ ਨਮਸਕਾਰ ਕਰਨੀ ਹੈ, ਉਸ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਤੇ 5 ਕਕਾਰਾਂ ਦੀ ਰਹਿਤ ਸਾਹਿਬ ਜੀ ਨੇ ਬਖਸ਼ੀ। ਪਹਿਲਾ ਕਕਾਰ ਹੀ ਕੇਸ ਹਨ। ਜਦੋਂ ਕੋਈ ਤਸਵੀਰ ਬਣਾਉਂਦਾ, ਸੰਸਾਰ ਦੇ ਵਿੱਚ ਬੜੀਆਂ ਤਸਵੀਰਾਂ ਬਣਦੀਆਂ ਨੇ, ਤੇ ਤਸਵੀਰ ਬਣਾਉਣ ਵਾਲਿਆਂ ਨੇ ਆਪਣੇ ਵੱਲੋਂ ਮਨ ਦੇ ਵਿੱਚ ਕਲਪ ਕੇ ਉਹਨਾਂ ਨੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਵੀ ਬਣਾਈਆਂ ਨੇ। ਤੇ ਜਦੋਂ ਵੀ ਤਸਵੀਰ ਬਣਾਉਂਦੇ ਨੇ, ਉਸ ਤਸਵੀਰ ਨੂੰ ਚੌਕਟੀ ਵਿੱਚ ਜੜ ਕੇ ਨਾਲ ਸੀਸਾ ਜੜਿਆ ਜਾਂਦਾ ਹੈ। ਜਦੋਂ ਕਿਤੇ ਤਸਵੀਰ ਉਹ ਜ਼ਮੀਨ ਤੇ ਡਿੱਗ ਪਵੇ, ਉਹਦਾ ਕੋਈ ਵੀ ਹਿੱਸਾ ਟੁੱਟ ਜਾਵੇ ਤੇ ਭੱਦੀ ਹੋ ਜਾਂਦੀ ਹੈ। ਪਰ ਜੇਕਰ ਉਹਦਾ ਸੀਸਾ ਟੁੱਟ ਜਾਵੇ, ਬਿਲਕੁਲ ਬਦਸੂਰਤ ਹੋ ਜਾਂਦੀ ਹੈ, ਕਿਉਂਕਿ ਸੀਸਾ ਉਸ ਤਸਵੀਰ ਦੇ ਵਿੱਚ ਸਭ ਤੋਂ ਨਾਜ਼ੁਕ ਹੈ। ਥੋੜੀ ਜਿਹੀ ਠੋਕਰ ਲੱਗਣ ਦੇ ਨਾਲ ਟੁੱਟ ਜਾਇਆ ਕਰਦਾ। ਜਿਸ ਤਰ੍ਹਾਂ ਸੀਸਾ ਟੁੱਟ ਜਾਵੇ, ਜਿਹੜੀ ਫੋਟੋ ਤਸਵੀਰ ਹੈ ਉਹ ਭੱਦੀ ਹੋ ਜਾਂਦੀ ਹੈ। ਇਸੇ ਤਰ੍ਹਾਂ ਕਕਾਰਾਂ ਦੇ ਵਿੱਚ ਸਭ ਤੋਂ ਨਾਜ਼ੁਕ ਜਿਹੜਾ ਕਕਾਰ ਹੈ ਉਹ ਹੈ ਕੇਸ। ਜਿਸ ਦਿਨ ਕੇਸਾਂ ਦੀ ਬੇਅਦਬੀ ਕੋਈ ਸਿੱਖ ਕਰਦਾ ਹੈ, ਉਹ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ। ਸਾਹਿਬ ਜੀ ਨੇ ਆਖਿਆ, ਪਹਿਲਾ ਕਕਾਰ ਕੇਸ। ਪਹਿਲੇ ਜਾਮੇ ਵਿੱਚ ਹੀ ਦ੍ਰਿਸ਼ਟਾਂਤ ਦੇ ਗਏ ਸਨ, ਭਾਈ ਮਰਦਾਨਿਆ ਕੇਸ ਨਹੀਂ ਕਟਾਉਣੇ। ਭਾਈ ਮਰਦਾਨੇ ਨੂੰ ਹੁਕਮ ਕੀਤਾ ਸੀ। 7ਵੇਂ ਜਾਮੇ ਵਿੱਚ ਵੀ ਆਪ ਜੀ ਨੇ ਕੇਸ ਨਾ ਕਟਾਉਣ ਦੀ ਗੱਲ ਸਿੱਖਾਂ ਨੂੰ ਦ੍ਰਿੜ ਕਰਵਾਈ। ਤੇ ਪਹਿਲਾ ਕਕਾਰ ਕੇਸ ਹੈ, ਕੇਸਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਦੂਸਰਾ ਕਕਾਰ ਹੈ ਕੰਘਾ। ਕੰਘਾ ਦਿੱਤਾ, ਆਖਿਆ ਇਹਨੂੰ ਕੇਸਾਂ ਦੇ ਵਿੱਚ ਕੰਘੇ ਨੂੰ ਕਰਨਾ ਹੈ। ਦਿਨ ਦੇ ਵਿੱਚ ਘੱਟ ਤੋਂ ਘੱਟ 2 ਵਾਰੀ ਸਿੱਖ ਨੇ ਕੰਘਾ ਕਰਨਾ। ਮੈਂ ਬੇਨਤੀ ਕਰਦਿਆਂ ਰਹਿਤਨਾਮੇ ਪੜ੍ਹੀਏ ਤੇ ਉੱਥੇ ਲਿਖਿਆ ਹੈ, ਕੰਘਾ ਦੋਨੋਂ ਵਕਤ ਕਰ, ਪਾਗ ਚੁਨੇ ਕਰ ਬੰਧਈ, ਦਾਤਣ ਨੀਤ ਕਰੇ, ਨਾ ਦੁੱਖ ਪਾਵੇ ਲਾਲ ਜੀ। ਦਸਤਾਰ ਜਿਹੜੀ ਹੈ ਰੋਜ਼ ਸਜਾਉਣੀ ਹੈ। ਇੱਕ ਇੱਕ ਪੇਜ ਕਰਕੇ ਸਜਾਓ ਤੇ ਇੱਕ ਇੱਕ ਪੇਜ ਕਰਕੇ ਉਤਾਰੋ। ਮਾਇਆ ਲਾ ਕੇ ਦਸਤਾਰ ਸਜਾਈ, ਕਦੇ ਟੋਪੀ ਵਾਂਗੂ ਸਿਰ ਤੇ ਰੱਖ ਲਈ, ਕਦੇ ਉਤਾਰ ਲਈ। ਉਹਦੇ ਵਿੱਚ ਤੇ ਟੋਪੀ ਵਿੱਚ ਕੋਈ ਫਰਕ ਨਹੀਂ ਹੈ। ਦਸਤਾਰ ਰੱਖੀ ਨਹੀਂ ਜਾਂਦੀ, ਦਸਤਾਰ ਸਜਾਈ ਜਾਂਦੀ ਹੈ। ਤੇ ਜਿਹੜਾ ਸਿੱਖ ਹੋ ਕੇ ਟੋਪੀ ਪਾਉਂਦਾ ਹੈ, ਰਹਿਤਨਾਮਿਆਂ ਵਿੱਚ ਲਿਖਿਆ, ਹੋਏ ਸਿੱਖ ਸਿਰ ਟੋਪੀ ਧਰੇ, 7 ਜਨਮ ਕੁਸ਼ਤੀ ਹੋਏ ਮਰੇ। 7 ਜਨਮ ਕੋੜੀ ਦੇ। ਉਹਦੇ ਨਾਲੋਂ ਚੰਗਾ ਹੈ ਕਿ ਰੋਜ਼ ਦਸਤਾਰ ਸਜਾਈਏ, ਨਵੀਂ ਸਜਾਈਏ। ਜਦੋਂ ਵੀ ਸਜਾਉਣੀ ਹੈ ਇੱਕ ਇੱਕ ਪੇਜ ਕਰਕੇ ਸਜਾਈਏ। ਦਾਤਣ ਰੋਜ਼ ਕਰਨ ਦੀ ਗੱਲ ਕੀਤੀ। ਕਹਿਣ ਤੋਂ ਭਾਵ ਹੈ ਕਿ ਜਿਸ ਮੁਖ ਦੇ ਨਾਲ ਅਸੀਂ ਬਾਣੀ ਪੜ੍ਹਨੀ ਹੈ, ਉਹਨੂੰ ਸਾਫ਼ ਕਰਨਾ ਸਾਡਾ ਫਰਜ਼ ਬਣਦਾ ਹੈ। ਸਾਹਿਬ ਜੀ ਨੇ ਦੂਜਾ ਕਕਾਰ ਦਿੱਤਾ ਕੰਘਾ। ਤੀਜਾ ਕਕਾਰ ਕੜਾ। ਕੜਾ ਸਰਬ ਲੋਹੇ ਦਾ ਸੱਜੇ ਹੱਥ ਵਿੱਚ ਅਕਸਰ ਪਹਿਨਿਆ ਜਾਂਦਾ ਹੈ। ਜਦੋਂ ਅਸੀਂ ਕੋਈ ਕਾਰਜ ਕਰਦੇ ਹਾਂ, ਸੱਜਾ ਹੱਥ ਅੱਗੇ ਵੱਧਦਾ ਹੈ, ਕੜੇ ਵੱਲ ਧਿਆਨ ਜਾਵੇ, ਗੁਰੂ ਦੀ ਯਾਦ ਆਵੇ, ਗੁਰੂ ਨੇ ਮੈਨੂੰ ਇਹ ਕਰਮ ਕਰਨ ਤੋਂ ਰੋਕਿਆ ਹੈ। ਸਿੱਖ ਉਹ ਜਿਹੜਾ ਕੁਕਰਮ ਕਰਨ ਤੋਂ ਹਟ ਜਾਵੇ ਔਰ ਉਹਦਾ ਜੀਵਨ ਸੁਖਮਈ ਬਣਿਆ ਰਵੇ,
ਇਹ ਕੜਾ ਐਸਾ ਪ੍ਰਤੀਕ ਹੈ ਕਿ ਸਿੱਖ ਕਦੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਂਦਾ। ਪਰ ਹੈਰਾਨੀ ਦੀ ਗੱਲ ਹੈ ਗੁਰੂ ਸਵਾਰਿਓ, ਸੱਜੇ ਹੱਥ ਵਿੱਚ ਕੜਾ ਵੀ ਪਾਇਆ ਹੈ ਤੇ ਸੱਜੇ ਹੱਥ ਵਿੱਚ ਡੋਲ ਵੀ ਪਕੜਿਆ ਹੈ, ਉਹਦੇ ਵਿੱਚ ਛੋਲੇ ਤਲ ਕੇ ਪਾਏ ਹੋਏ ਨੇ ਤੇ ਵਾਰ ਵੀ ਸ਼ਨਿਛਰ ਹੈ ਤੇ ਲੈ ਕੇ ਵੀ ਗੁਰੂ ਦੇ ਦਰ ਤੇ ਆ ਰਿਹਾ ਹੈ। ਪਿਤਾ ਨੇ ਕਿਹਾ ਹੋਵੇ ਬੱਚਿਆ ਇਹ ਕੰਮ ਤੂੰ ਨਹੀਂ ਕਰਨਾ ਤੇ ਪੁੱਤਰ ਕਰੇ ਵੀ ਤੇਰੇ ਸਾਹਮਣੇ ਹੀ ਕਰੂੰਗਾ ਤੇ ਉਹ ਪਿਤਾ ਦੀ ਖੁਸ਼ੀ ਨਹੀਂ ਲੈ ਸਕਦਾ। ਹੱਥ ਵਿੱਚ ਕੜਾ ਵੀ ਪਾਇਆ ਹੈ ਵਹਿਮਾਂ ਭਰਮਾਂ ਨੂੰ ਖੰਡਣ ਵਾਲਾ ਤੇ ਨਾਲ ਛੋਲੇ ਤਲ ਕੇ ਵੀ ਲੈ ਕੇ ਆਇਆ, ਕਿਉਂਕਿ ਸ਼ਨੀ ਦੇਵਤਾ ਕਿਸੇ ਨੇ ਭਰਮ ਪਾ ਦਿੱਤਾ ਹੈ, ਇਹ ਭਰਮ ਦੇ ਵਿੱਚ ਫਸ ਗਿਆ ਹੈ। ਸਿੱਖ ਨੇ ਕਦੇ ਵੀ ਵਹਿਮ ਭਰਮ ਨਹੀਂ ਕਰਨਾ, ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ, ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਣਾ ਹੈ। ਇਹ ਕੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਨੇ ਚੋਰੀ ਆਦਿ ਭੈੜੇ ਕਰਮ ਨਹੀਂ ਕਰਨੇ, ਇਹਨਾਂ ਹੱਥਾਂ ਦੇ ਨਾਲ ਗਰੀਬ ਮਾਰ ਨਹੀਂ ਕਰਨੀ, ਇਹਨਾਂ ਹੱਥਾਂ ਦੇ ਨਾਲ ਗਰੀਬਾਂ ਨੂੰ ਸਹਾਰਾ ਦੇਣਾ ਹੈ, ਬਜ਼ੁਰਗਾਂ ਦਾ ਸਹਾਰਾ ਬਣਨਾ ਹੈ। ਇਸ ਵਾਸਤੇ ਇਹ ਕੜਾ ਪਾਇਆ। ਜੇ ਕੋਈ ਕਵੇ ਕਿ ਮੇਰੇ ਹੱਥ ਦੇ ਵਿੱਚ 2 ਤੋਲੇ ਦਾ ਕੜਾ ਹੈ ਜਿਹਦਾ ਮੁੱਲ ਹੈ 70,000 ਤੇ ਮੈਨੂੰ 5, 10 ਜਾਂ 50 ਰੁਪਏ ਦਾ ਕੜਾ ਪਾਉਣ ਦੀ ਕੀ ਲੋੜ ਹੈ, ਤੇ ਉਹਨੂੰ ਪੁੱਛਿਓ ਵੀ ਜਿਹੜਾ ਤੇਰਾ ਸੋਨੇ ਦਾ ਕੜਾ ਏ ਜਦੋਂ ਤੂੰ ਇਹਨੂੰ ਦੇਖਦਾ ਤੈਨੂੰ ਕੀ ਯਾਦ ਆਉਂਦਾ ਹੈ, ਤੇ ਉਹ ਕਹੇਗਾ ਮੈਨੂੰ 70,000 ਯਾਦ ਆਉਂਦਾ ਹੈ। ਉਸ ਵੇਲੇ ਫਿਰ ਕਿਉਂ ਤੈਨੂੰ ਤੇਰਾ ਕੜਾ ਵੇਖਿਆ 70,000 ਯਾਦ ਆਉਂਦਾ ਏ, ਜਦੋਂ ਮੈਂ ਆਪਣੇ ਗੁਰੂ ਦਾ ਦਿੱਤਾ ਹੋਇਆ ਕੜਾ ਵੇਖਦਾ ਤੇ ਮੈਨੂੰ ਮੇਰਾ ਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਯਾਦ ਆਉਂਦੇ ਨੇ। ਜਦੋਂ ਮੈਂ ਇਸ ਕੜੇ ਵੱਲ ਵੇਖਦਾ ਮੈਨੂੰ ਕਲਗੀਆਂ ਵਾਲੇ ਯਾਦ ਆਉਂਦੇ ਨੇ, ਤੇ ਕੜਾ ਉਹ ਚੰਗਾ ਜਿਹਨੂੰ ਦੇਖ ਕੇ ਬਾਜਾਂ ਵਾਲਾ ਯਾਦ ਆਵੇ, ਜਿਹਨੂੰ ਦੇਖ ਕੇ ਕਲਗੀਆਂ ਵਾਲਾ ਯਾਦ ਆਵੇ, ਜਿਸ ਕੜੇ ਨੂੰ ਦੇਖ ਕੇ ਸਾਨੂੰ ਮਾਇਆ ਯਾਦ ਆਵੇ, ਉਹ ਕੜਾ ਕਦੇ ਸੁਖਦਾਈ ਨਹੀਂ ਹੋ ਸਕਦਾ। ਇਹ ਤੀਜਾ ਕਕਾਰ ਦਿੱਤਾ। ਚੌਥਾ ਕਕਾਰ ਦਿੱਤਾ ਸਾਹਿਬ ਜੀ ਨੇ, ਉਹ ਸੀ ਕਿਰਪਾਨ। ਕਿਰਪਾਨ ਗਊ ਗਰੀਬ ਦੀ ਰੱਖਿਆ ਲਈ, ਯਰਵਾਣੇ ਦੀ ਭਖਿਆ ਲਈ ਬਖਸ਼ੀ। ਆਖਿਆ ਇਸ ਕਿਰਪਾਨ ਦੇ ਨਾਲ ਜ਼ੁਲਮ ਨੂੰ ਰੋਕਣਾ ਹੈ। ਤੇ ਵੇਖੋ ਇਸ ਕਿਰਪਾਨ ਦੇ ਨਾਲ ਸਿੱਖਾਂ ਨੇ ਕਿੱਥੋਂ ਕਿੱਥੋਂ ਤੱਕ ਜਾ ਕੇ ਉਹਨਾਂ ਦਰਾ ਖੈਬਰ ਵਰਗੀਆਂ ਪਹਾੜੀਆਂ ਦੇ ਉੱਤੇ ਵੀ ਕਬਜ਼ਾ ਕੀਤਾ ਔਰ ਜ਼ਾਲਮ ਨੂੰ ਨੱਥ ਪਾਈ। ਇਸ ਕਿਰਪਾਨ ਦਾ ਸਦਕਾ ਖਾਲਸਾ ਰਾਜ ਕਾਇਮ ਹੋਇਆ। ਸਾਹਿਬ ਜੀ ਨੇ ਕਕਾਰ ਦਿੱਤਾ ਗਊ ਗਰੀਬ ਦੀ ਰੱਖਿਆ ਲਈ, ਜਰਵਾਣੇ ਦੀ ਭਖਿਆ ਲਈ, ਇਹ ਤੈਨੂੰ ਸ਼ਸਤਰ ਬਖਸ਼ਿਆ ਹੈ। ਯਾਦ ਰੱਖੀ ਇਹ ਸ਼ਸਤਰ ਦੇ ਨਾਲ ਜ਼ੁਲਮ ਨਹੀਂ ਕਰਨਾ, ਇਹ ਸ਼ਸਤਰ ਦੇ ਨਾਲ ਜ਼ੁਲਮ ਨੂੰ ਰੋਕਣਾ ਹੈ। ਕਿਸੇ ਧੀ ਭੈਣ ਦੀ ਇੱਜ਼ਤ ਬਚਾਉਣ ਵਾਸਤੇ ਇਹ ਜਿਹੜਾ ਤੇਰਾ ਸ਼ਸਤਰ ਹੈ, ਇਹਦੀ ਮੁੱਠੇ ਵਿੱਚ ਤੇਰਾ ਹੱਥ ਆਵੇ ਤੇ ਤੂੰ ਉਸ ਧੀ ਭੈਣ ਦੀ ਰੱਖਿਆ ਕਰੇ, ਇਸ ਵਾਸਤੇ ਤੈਨੂੰ ਦਿੱਤਾ ਹੈ। ਜ਼ਾਲਮਾਂ ਨੂੰ ਸੋਧਣ ਵਾਸਤੇ ਇਹ ਤੈਨੂੰ ਸ਼ਸਤਰ ਦਿੱਤਾ ਹੈ। ਖਾਲਸਾ ਕੋਈ ਐਸਾ ਮਨੁੱਖ ਗੁਰੂ ਘਰ ਦੀ ਬੇਅਦਬੀ ਕਰਨੀ ਚਾਹ ਰਿਹਾ ਹੈ, ਆਪ ਜੀ ਨੂੰ ਪਤਾ ਲੱਗਦਾ ਹੈ, ਉਹਨੂੰ ਸੋਧਣ ਵਾਸਤੇ ਇਹ ਸ਼ਸਤਰ ਵਰਤਿਆ ਜਾਵੇ, ਆਪਣੀ ਰੱਖਿਆ ਵਾਸਤੇ ਵਰਤਿਆ ਜਾਵੇ। ਸਾਹਿਬ ਜੀ ਨੇ ਰਹਿਤਨਾਮਿਆਂ ਦੇ ਬਚਨ ਹਨ, ਉਥੇ ਬਚਨ ਹੋਇਆ ਕਿ ਸ਼ਸਤਰ ਤੇ ਕੇਸਾਂ ਤੋਂ ਬਿਨਾ ਮਨੁੱਖ ਭੇਡ ਦੀ ਨਿਆਈ ਹੈ। ਬਿਨਾ ਸ਼ਸਤਰ ਕੇਸੰ ਨਰਨ ਭੇਡ ਜਾਨੋ, ਗਏ ਕਾਨ ਤਾਕੋ ਕਿਤੇ ਲੈ ਸਧਾਨੋ। ਭੇਡ ਨੂੰ ਕੰਨ ਤੋਂ ਪਕੜ ਕੇ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਸ਼ਸਤਰਹੀਨ ਮਨੁੱਖ ਨੂੰ ਦੁਸ਼ਮਣ ਬੰਦੀ ਬਣਾ ਕੇ ਕਿਤੇ ਵੀ ਲਿਜਾ ਸਕਦਾ ਹੈ, ਕੋਈ ਵੀ ਸਜ਼ਾ ਦੇ ਸਕਦਾ ਹੈ। ਆਪਣੇ ਕੋਲ ਸ਼ਸਤਰ ਹੋਵੇ ਤੇ ਆਪਣੀ ਰੱਖਿਆ ਕੀਤੀ ਜਾ ਸਕਦੀ ਹੈ। ਫਿਰ ਦੁਸ਼ਮਣ ਵੀ ਭੈ ਖਾਂਦਾ ਏ ਕਿ ਜੇ ਇਹ ਸਾਹਮਣੇ ਆਇਆ ਤੇ ਇਹਦੇ ਕੋਲ ਸ਼ਸਤਰ ਹੈ, ਮੇਰੇ ਉੱਤੇ ਵੀ ਵਾਰ ਕਰ ਸਕਦਾ ਹੈ। ਇਹ ਤੈਨੂੰ ਸ਼ਸਤਰ ਦਿੱਤਾ ਗਊ ਗਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਲਈ। ਪੰਜਵਾਂ ਕਕਾਰ ਸਾਹਿਬ ਜੀ ਨੇ ਦਿੱਤਾ, ਉਹ ਹੈ ਕਸ਼ਹਿਰਾ। ਕਸ਼ਹਿਰਾ ਜਤ ਸਾਦਾ ਪ੍ਰਤੀਕ ਹੈ ਕਿ ਸਿੱਖ ਨੇ ਆਪਣੇ ਇਖਲਾਕ ਵਿੱਚ ਰਹਿਣਾ, ਇਸ ਵਾਸਤੇ ਕਸ਼ਹਿਰਾ ਬਖਸ਼ਿਆ।
ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੇ ਦਾ ਧਾਰਨੀ ਹੋਣਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਵਾਲੀ ਸੁਰਤੀ ਬਿਰਤੀ ਕਾਇਮ ਰੱਖਣੀ ਹੈ। ਇਸ ਵਾਸਤੇ ਇਹ ਕਛਹਿਰਾ ਬਖਸ਼ਿਆ ਕਿ ਸਿੱਖ ਨੇ ਆਪਣੇ ਜਾਤ ਸੱਤ ਵਿੱਚ ਰਹਿਣਾ, ਇਖਲਾਕ ਵਿੱਚ ਪੂਰੇ ਰਹਿਣਾ। ਪਰ ਅੱਜ ਦੇ ਸਮੇਂ ਵਿੱਚ ਐਸੀਆਂ ਪੋਸ਼ਾਕਾਂ ਚੱਲੀਆਂ ਜੇ ਜਿਹਨੂੰ ਪਹਿਨ ਕੇ ਮਨੁੱਖ ਸਹੀ ਮਾਇਨਿਆਂ ਵਿੱਚ ਬੈਠ ਵੀ ਨਹੀਂ ਸਕਦਾ। ਉਹਨੂੰ ਬੈਠਣ ਲੱਗਿਆਂ ਵੀ ਕੱਪੜੇ ਨੂੰ ਸਹਾਰਾ ਦੇਣਾ ਪੈਂਦਾ ਏ। ਪਰ ਸਾਹਿਬ ਜੀ ਨੇ ਐਸੀ ਪੋਸ਼ਾਕ ਬਖਸ਼ੀ, ਉੱਠਣ ਬੈਠਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਸਭ ਤੋਂ ਔਖਾ ਕੰਮ ਜੇ ਖੇਤੀਬਾੜੀ ਦਾ, ਤੇ ਕਿਸਾਨ ਵੀਰ ਕਛਹਿਰਾ ਪਹਿਨਿਆ ਹੋਵੇ, ਖੇਤੀਬਾੜੀ ਦਾ ਕੰਮ ਸੁਖੈਨ ਹੀ ਢੰਗ ਦੇ ਨਾਲ ਕਰਦੇ ਨੇ, ਉੱਠਣ ਬੈਠਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਸਾਹਿਬ ਨੇ ਐਸੀ ਪੋਸ਼ਾਕ ਬਖਸ਼ੀ, ਇਹ ਪੰਜਵਾਂ ਕਕਾਰ ਬਖਸ਼ਿਸ਼ ਕੀਤਾ। ਨਾਲ ਬੱਜਰ ਕਰੈਤਾਂ ਤੋਂ ਵਰਜਿਆ। ਕਹਿਣ ਲੱਗੇ ਪਹਿਲੀ ਬੱਜਰ ਕਰੈਤ ਕੇਸਾਂ ਦੀ ਬੇਅਦਬੀ। ਜੇ ਕੋਈ ਕੇਸਾਂ ਦੀ ਬੇਅਦਬੀ ਕਰਦੇ, ਉਹਨੂੰ ਕਹਿ ਦਿੱਤਾ ਜਾਂਦਾ ਇਹਨੇ ਬੱਜਰ ਕਰੈਤ ਕੀਤੀ ਹੈ। ਉਹਨੂੰ ਸੰਗਤ ਵਿੱਚ ਆ ਕੇ ਭੁੱਲ ਬਖਸ਼ਾਉਣੀ ਪੈਂਦੀ ਹੈ, ਉਹਨੂੰ ਫਿਰ ਅੰਮ੍ਰਿਤਪਾਨ ਕਰਨਾ ਪੈਂਦਾ ਏ। ਇਹ ਪਹਿਲੀ ਬੱਜਰ ਕਰੈਤ ਕੇਸਾਂ ਦੀ ਬੇਅਦਬੀ ਕਰਨੀ। ਦੂਜੀ ਕੁੱਠਾ ਮਾਸ ਆਦਿ ਦੀ ਵਰਤੋਂ ਕਰਨੀ। ਤੀਜੀ ਬੱਜਰ ਕਰੈਤ ਪਰ ਇਸਤਰੀ ਪਰ ਪੁਰਸ਼ ਦਾ ਸੰਗ ਕਰਨਾ, ਭਾਵ ਇਖਲਾਕ ਤੋਂ ਗਿਰ ਜਾਣਾ। ਜੇ ਕੋਈ ਇਖਲਾਕ ਤੋਂ ਗਿਰਦਾ ਉਹਨੂੰ ਵੀ ਕਹਿ ਦਿੱਤਾ ਜਾਂਦਾ ਇਹ ਬੱਜਰ ਕਰੈਤੀਆ ਹੈ। ਤੇ ਫਿਰ ਅਖੀਰ ਤੇ ਜਿਹੜੀ ਬੱਜਰ ਕਰੈਤ ਹੈ, ਨਸ਼ੇ ਦੀ ਵਰਤੋਂ ਕਰਨੀ। ਰਹਿਤ ਮਰਿਆਦਾ ਵਿੱਚ ਭਾਵੇਂ ਤੰਬਾਕੂ ਨਾ ਲਿਖ ਕੇ ਸੰਕੇਤ ਦਿੱਤਾ, ਇਸ ਵਾਸਤੇ ਕਿ ਤੰਬਾਕੂ ਸਸਤੇ ਤੋਂ ਸਸਤਾ ਨਸ਼ਾ, ਹਰ ਕੋਈ ਖਰੀਦ ਕੇ ਖਾਈ ਜਾਂਦਾ ਹੈ। ਸਾਹਿਬ ਜੀ ਨੇ ਉਸ ਵੇਲੇ ਹੀ ਦ੍ਰਿੜ ਕਰਾ ਦਿੱਤਾ ਕਿ ਮੇਰਾ ਸਿੱਖ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰੇਗਾ। ਅੱਜ ਦੇ ਸਮੇਂ ਵਿੱਚ ਡਾਕਟਰੀ ਯੁੱਗ, ਇਹ ਸਾਇੰਸਦਾਨ ਇਹ ਸਿੱਧ ਕਰ ਰਹੇ ਨੇ ਕਿ ਵਾਕਈ ਇਹ ਨਸ਼ਾ ਕਰਨ ਦੇ ਨਾਲ ਕੈਂਸਰ ਵਰਗੇ ਮਾਰੂ ਰੋਗ ਪੈਦਾ ਹੁੰਦੇ ਨੇ। ਇਹ ਭਿਆਨਕ ਰੋਗ ਸਰੀਰ ਵਿੱਚ ਆਉਂਦੇ ਨੇ। ਤੇ ਸਤਿਗੁਰੂ ਜੀ ਨੇ ਐਨੇ ਸਦੀਆਂ ਪਹਿਲਾਂ ਸਾਹਿਬ ਜੀ ਨੇ ਕਹਿ ਦਿੱਤਾ ਕਿ ਮੇਰਾ ਸਿੱਖ ਨਸ਼ੇ ਦੀ ਵਰਤੋਂ ਨਹੀਂ ਕਰੇਗਾ, ਭਾਵ ਮੇਰਾ ਸਿੱਖ ਕਿਸੇ ਭਿਆਨਕ ਰੋਗ ਦਾ ਸ਼ਿਕਾਰ ਨਾ ਹੋਵੇ। ਗੁਰੂ ਸਾਹਿਬ ਜੀ ਇੰਨਾ ਪਿਆਰ ਕਰਦੇ ਇਸ ਖਾਲਸੇ ਨੂੰ, ਕਿਉਂਕਿ ਹੱਥੀਂ ਖਾਲਸਾ ਪੰਥ ਸਾਜਿਆ ਹੈ। ਮੈਨੂੰ ਇੱਕ ਗੱਲ ਯਾਦ ਆ ਗਈ ਕਿ ਪਾਣੀ ਦੇ ਵਿੱਚ ਲੱਕੜ ਡੁੱਬਦੀ ਨਹੀਂ, ਤਰ ਜਾਂਦੀ ਹੈ। ਤੇ ਲੋਹਾ ਸੁੱਟੋ ਤੇ ਡੁੱਬ ਜਾਂਦਾ ਹੈ, ਪੱਥਰ ਸੁੱਟ ਦਿਓ ਤੇ ਡੁੱਬ ਜਾਏਗਾ। ਭਾਵੇਂ ਛੋਟੇ ਤੋਂ ਛੋਟਾ ਲੋਹਾ ਹੋਵੇ ਤੇ ਛੋਟੇ ਤੋਂ ਛੋਟਾ ਪੱਥਰ ਹੋਵੇ। ਕਿਸੇ ਨੇ ਸਵਾਲ ਕੀਤਾ, ਹੇ ਪਾਣੀ, ਤੇਰੇ ਜੀਵਨ ਦੇ ਵਿੱਚ ਵਿਤਕਰਾ ਹੈ, ਤੂੰ ਲੱਕੜ ਨੂੰ ਡੋਬਦਾ ਨਹੀਂ। ਵੱਡੀ ਤੋਂ ਵੱਡੀ ਲੱਕੜ ਹੋਵੇ ਤੂੰ ਉਹਨੂੰ ਤਾਰ ਲੈਣਾ ਹੈ, ਪਰ ਛੋਟੇ ਜਿਹੇ ਪੱਥਰ ਤੇ ਲੋਹੇ ਨੂੰ ਡੋਬ ਦੇਣਾ ਹੈ। ਉਸ ਪਾਣੀ ਦਾ ਜਵਾਬ ਸੀ ਕਿ ਲੱਕੜ ਜਿਹੜੀ ਹੈ ਇਹ ਮੇਰੀ ਆਪਣੀ ਪਾਲੀ ਹੋਈ ਹੈ, ਇਹਨੂੰ ਮੈਂ ਆਪਣਾ ਸਿੰਜ ਕੇ ਪਾਲਿਆ ਹੈ, ਆਪਣਾ ਆਪਾ ਸਿੰਜ ਕੇ ਪਾਲਿਆ ਹੈ। ਤੇ ਜਿਹੜਾ ਆਪ ਪਾਲਿਆ ਹੋਵੇ ਉਹਨੂੰ ਕਦੇ ਡੋਬਿਆ ਨਹੀਂ ਜਾ ਸਕਦਾ, ਉਹਨੂੰ ਤਾਰਿਆ ਹੀ ਜਾਂਦਾ ਹੈ। ਹਾਂ, ਇਸ ਮੇਰੇ ਪਾਲੇ ਹੋਏ ਦੇ ਨਾਲ ਭਾਵੇਂ ਲੋਹਾ ਲੱਗ ਕੇ ਆ ਜਾਏ, ਭਾਵੇਂ ਪੱਥਰ ਆ ਜਾਏ, ਮੈਂ ਇਹਦੀ ਸੰਗਤ ਦਾ ਸਦਕਾ ਉਹਨਾਂ ਨੂੰ ਵੀ ਤਾਰ ਦੇਵਾਂਗਾ। ਜਿਹੜਾ ਕਿੱਲ ਲੱਕੜ ਦੇ ਨਾਲ ਲੱਗ ਜਾਵੇ ਉਹ ਤਰ ਜਾਂਦਾ ਹੈ ਗੁਰੂ ਸਵਾਰਿਓ। ਜਿਹੜਾ ਪੱਥਰ ਲੱਕੜ ਦੀ ਬੇੜੀ ਬਣਾ ਕੇ ਉਹਦੇ ਵਿੱਚ ਰੱਖ ਦਿੱਤਾ ਜਾਵੇ, ਉਹ ਵੀ ਪੱਥਰ ਵੀ ਤਰ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਜਿਹੜਾ ਮੇਰਾ ਸਿੱਖ ਹੈ, ਜਿਹੜਾ ਖਾਲਸਾ ਹੈ, ਇਹਨੂੰ ਮੈਂ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਹੈ। ਇਹਦੇ ਵਿੱਚ ਮੈਂ ਚੰਗੇ ਗੁਣ ਪਾਉਣੇ ਨੇ। ਤੇ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਵੇਖੋ ਇੱਕ ਗਧੇ ਦੇ ਉੱਤੇ ਸ਼ੇਰ ਦੀ ਖੱਲ ਮੜੀ ਗਈ। ਉਹ ਸ਼ੇਰ ਦਾ ਸ਼ਿਕਾਰ ਭਾਈ ਉਹਦੇ ਸਿੰਘ ਨੇ ਕੀਤਾ ਸੀ। ਉਹਦੀ ਖੱਲ ਲਾ ਕੇ ਗਧੇ ਦੇ ਉੱਤੇ ਪਾਈ ਗਈ ਤੇ ਉਹ ਗਧੇ ਨੂੰ ਛੱਡ ਦਿੱਤਾ ਗਿਆ। ਉਹ ਖੇਤਾਂ ਵਿੱਚ ਖੇਤੀ ਖਾ ਕੇ ਬੜਾ ਬਲਵਾਨ ਹੋ ਗਿਆ। ਜਿਸ ਪਾਸੇ ਨੂੰ ਜਾਂਦਾ ਉਧਰ ਹੀ ਲੋਕ ਡਰਦੇ ਹੋਏ ਨੱਸ ਜਾਂਦੇ ਨੇ। ਇੱਕ ਸਮਾਂ ਆਇਆ
ਕਿ ਜਿਸ ਘੁਮਿਆਰ ਦਾ ਇਹ ਗਧਾ ਸੀ ਉਹ ਬਾਕੀ ਗਧੇ ਲੈ ਕੇ ਜਾ ਰਿਹਾ ਸੀ ਤੇ ਉਹਨਾਂ ਗਧਿਆਂ ਨੇ ਬੋਲਣਾ ਕੀਤਾ ਆਪਣੀ ਆਵਾਜ਼ ਵਿੱਚ। ਉਹਨਾਂ ਨੂੰ ਸੁਣ ਕੇ ਇਹ ਵੀ ਬੋਲ ਉੱਠਿਆ। ਉਸਨੇ ਪਛਾਣ ਲਿਆ, ਖੱਲ ਲਾ ਕੇ ਸੁੱਟ ਦਿੱਤੀ, ਉੱਤੇ ਭਾਰ ਲੱਦਿਆ, ਸੋਟਾ ਮਾਰਿਆ ਤੇ ਤੋਰ ਲਿਆ। ਸਾਹਿਬ ਜੀ ਨੇ ਸਮਝਾਇਆ ਸੀ, ਜਿੱਥੇ ਤਨ ਦੀ ਸਿੱਖੀ ਧਾਰਨ ਕਰਨੀ ਹੈ ਉਥੇ ਮਨ ਦੀ ਸਿੱਖੀ ਵੀ ਜ਼ਰੂਰੀ ਹੈ। ਜੇ ਮਨ ਕਰਕੇ ਸਿੱਖੀ ਧਾਰਨ ਨਹੀਂ ਕੀਤੀ ਤੇ ਫਿਰ ਐਸੀ ਹਾਲਤ ਹੋਵੇਗੀ ਜਿਵੇਂ ਇਸ ਗਧੇ ਦੀ ਹੋਈ ਹੈ। ਫਿਰ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾਉਣ ਵਾਲੀ ਹਾਲਤ ਹੋਵੇਗੀ। ਇਸ ਵਾਸਤੇ ਭਾਈ, ਜਿੱਥੇ ਅਸੀਂ ਕਕਾਰਾਂ ਦੇ ਧਾਰਨੀ ਹੋਣੇ, ਜਿੱਥੇ ਅਸੀਂ ਜੀਵਨ ਵਿੱਚ ਬੱਜਰ ਕਰੈਤਾਂ ਨੂੰ ਨਹੀਂ ਆਉਣ ਦੇਣਾ, ਉੱਥੇ ਅਸੀਂ ਮਨ ਕਰਕੇ ਵੀ ਗੁਰੂ ਦੇ ਸਿੱਖ ਬਣਨਾ ਹੈ। ਜਦੋਂ ਅਸੀਂ ਮਨ ਕਰਕੇ ਗੁਰੂ ਦੇ ਸਿੱਖ ਬਣਾਂਗੇ, ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਫਿਰ ਸਤਿਗੁਰੂ ਜੀ ਸਾਡੇ ਕਾਰਜ ਸਵਾਰਨਗੇ। ਮੈਂ ਇੱਥੇ ਹੀ ਸੰਪੂਰਨਤਾ ਕਰ ਰਿਹਾ ਹਾਂ, ਕਿਉਂਕਿ ਸਨਮਾਨਯੋਗ ਸਤਿਕਾਰਯੋਗ ਮੇਰੇ ਵੱਡੇ ਵੀਰ ਸਿੰਘ ਸਾਹਿਬ ਗਿਆਨੀ ਬਚਿੱਤਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ, ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਹੈ। ਇਹ ਸ਼ਬਦ ਵਾਲਾ ਪੱਖ ਮੈਂ ਤਾਂ ਹੀ ਨਹੀਂ ਸ਼ੁਰੂ ਕੀਤਾ, ਉਹ ਆਪ ਜੀ ਦੇ ਨਾਲ ਗੁਰਮਤਿ ਵਿਚਾਰ ਸਾਂਝੀ ਕਰਨਗੇ। ਤੇ ਨਾਲ ਹੀ ਮੈਂ ਆਪ ਜੀ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ ਬਹੁਤ ਵਧਾਈ ਪੇਸ਼ ਕਰਦਾ ਹਾਂ। ਸੋ ਇੱਥੇ ਹੀ ਦਾਸ ਦੀਆਂ ਭੁੱਲਾਂ ਨਾ ਚਿਤਾਰਦੇ ਹੋਏ ਆਪ ਜੀ ਨੇ ਫਤਿਹ ਦੀ ਸਾਂਝ ਕਰਨੀ ਹੈ। ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਪ੍ਰਧਾਨ ਸਾਹਿਬ ਔਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜਨਰਲ ਸਕੱਤਰ ਸਾਹਿਬ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।